प्यारे बच्चों, उम्मीद है तुसीं अपने अपने घरां विच सुरੱਖਿਅਤ ਹੋਵੋਗੇ, ठीक ਹੋਵੋਗੇ। ਅਤੇ ਅੱਜ ਦੇ ਵੀਡੀਓ ਸੈਸ਼ਨ ਦੇ ਵਿੱਚ ਅਸੀਂ ਆਪਣਾ ਇੱਕ ਵਾਰਤਕ ਪੜ੍ਹਨ ਜਾ ਰਹੇ ਹਾਂ, ਡਿਸਕਸ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਕਿਰਤ ਤੇ ਮਿੱਠਾ ਬੋਲਣਾ। ਤੁਹਾਡੇ 'ਚੋਂ ਕੁਝ ਨੂੰ ਲੱਗੇਗਾ ਕਿ ਕਿਰਤ ਹੋਣਾ ਚਾਹੀਦਾ ਸੀ, ਮੈਂ ਸਪੈਲਿੰਗ ਗਲਤ ਲਿਖੇ ਨੇ, ਪਰ ਨਹੀਂ ਬੱਚਿਓ, ਕਿਰਤ ਕਰਨਾ ਹੁੰਦਾ ਹੈ ਮਿਹਨਤ ਕਰਨਾ, ਹੱਥੀਂ ਕੰਮ ਕਰਨਾ। ਪਰ ਇਹ ਹੈ ਕੀਰਤ, ਜਿਸ ਦਾ ਮਤਲਬ ਹੈ ਪ੍ਰਸ਼ੰਸਾ, ਵਡਿਆਈ, ਸਲਾਹਤਾ। ਤੁਹਾਨੂੰ ਇਹ ਸ਼ਬਦ ਗਲਤ ਲਿਖਿਆ ਅਤੇ ਗਲਤ ਸਮਝਿਆ ਗਿਆ ਮਿਲੇਗਾ ਬਹੁਤ ਸਾਰੀਆਂ ਥਾਵਾਂ 'ਤੇ, ਪਰ ਅਸਲ ਦੇ ਵਿੱਚ ਇਹਦਾ ਜੇ ਤੁਸੀਂ ਪੂਰਾ ਚੈਪਟਰ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇੱਥੇ ਸ਼ਬਦ ਕਿਰਤ ਨਹੀਂ ਹੈ, ਕੀਰਤ ਹੈ। ਕਈ ਪੜ੍ਹਾਉਣ ਵਾਲੇ ਵੀ ਇਹਨੂੰ ਗਲਤ ਪੜ੍ਹਾਉਂਦੇ ਰਹਿੰਦੇ ਨੇ, ਸੋ ਇਹਨੂੰ ਧਿਆਨ ਰੱਖੋ ਪਲੀਜ਼। ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ। ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਸਾਹਿਤ ਦੇ ਵਿੱਚ ਬੜਾ ਜਾਣਿਆ ਪਛਾਣਿਆ ਨਾਮ ਨੇ। ਉਹਨਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਵੀ ਲਿਖੀਆਂ। ਉਹਨਾਂ ਨੂੰ ਸਿਹਰਾ ਜਾਂਦਾ ਹੈ ਖੁੱਲ੍ਹੀਆਂ ਕਵਿਤਾਵਾਂ ਲਿਖਣ ਦਾ। ਖੁੱਲ੍ਹੀਆਂ ਕਵਿਤਾਵਾਂ ਕੀ ਹੁੰਦੀਆਂ ਨੇ? ਛੰਦ ਤੋਂ ਰਹਿਤ, ਮੀਟਰ ਅਤੇ ਵਰਸ ਤੁਹਾਨੂੰ ਪਤਾ ਹੋਏਗਾ। ਇਹ ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ ਕਿਉਂਕਿ ਆਉਣ ਵਾਲੇ ਲੈਸਨਸ ਦੇ ਵਿੱਚ ਅਸੀਂ ਛੰਦ ਅਲੰਕਾਰ ਦੇ ਬਾਰੇ ਵੀ ਪੜ੍ਹਾਂਗੇ। ਉਹ ਕੀ ਹੁੰਦਾ ਹੈ, ਕਵਿਤਾ 'ਤੇ ਉਹਦਾ ਕੀ ਅਸਰ ਹੁੰਦਾ ਹੈ। ਪਿੰਗਲ ਸ਼ਾਸਤਰ ਦੇ ਹਿੱਸਾ ਸੀ। ਚਲੋ ਮੈਂ ਤੁਹਾਨੂੰ ਇੱਥੇ ਜ਼ਿਆਦਾ ਨਹੀਂ ਉਲਝਾਉਂਦੀ, ਪਰ ਤੁਹਾਡੇ ਲਈ ਇੰਨਾ ਜਾਣਨਾ ਹੀ ਬਿਹਤਰ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਨੇ ਛੰਦ ਤੋਂ ਰਹਿਤ ਕਵਿਤਾ ਜਿਹੜੀ ਸੀ ਲਿਖਣ ਦੀ ਬਿਰਤ ਪਾਈ, ਜਿਹਨੂੰ ਖੁੱਲ੍ਹੀ ਕਵਿਤਾ ਕਿਹਾ ਜਾਂਦਾ ਹੈ। ਔਰ ਵਾਰਤਕ ਲਿਖਣ ਦੇ ਵਿੱਚ ਉਹਨਾਂ ਦਾ ਬੜਾ ਖਾਸ ਯੋਗਦਾਨ ਰਿਹਾ ਹੈ ਅਤੇ ਇਹ ਵਾਰਤਕ ਉਹਨਾਂ ਦੀ ਮੁੱਢਲੀ ਵਾਰਤਕ ਦੇ ਵਿੱਚੋਂ ਇੱਕ ਹੈ। ਬੱਚੋ, ਇਹ ਜੋ ਤੁਹਾਡਾ ਪਾਠ ਹੈ, ਇਹ ਤੁਹਾਡੀ ਇੱਕ ਦੂਸਰੀ ਕਿਤਾਬ, ਪਹਿਲੀ ਕਿਤਾਬ ਆਪਾਂ ਸ਼ੁਰੂ ਕੀਤੀ ਸੀ ਪੜ੍ਹਨੀ ਕਾਵ ਰੰਗ, ਜਿਹਦੇ ਵਿੱਚੋਂ ਆਪਾਂ 3 ਸ਼ਬਦ ਗੁਰੂ ਰਾਮਦਾਸ ਜੀ ਦੇ ਕੀਤੇ। ਇਹ ਜੋ ਹੈ ਵਾਰਤਕ ਰਿਸ਼ਮਾ ਤੁਹਾਡੀ ਇੱਕ ਦੂਸਰੀ ਕਿਤਾਬ ਹੈ। ਵਾਰਤਕ ਹੁੰਦੀ ਹੈ ਪ੍ਰੋਜ਼, ਜਿਹਨੂੰ ਅਸੀਂ ਕਹਿੰਦੇ ਹਾਂ, ਤੁਸੀਂ ਇੰਗਲਿਸ਼ 'ਚ ਕਹਿੰਦੇ ਹੋ। ਇੱਕ ਖਾਸ ਕਿਸਮ ਦੇ ਸਾਹਿਤਕ ਲੇਖ, ਨਿਬੰਧ ਹੁੰਦੇ ਨੇ ਜਿਨ੍ਹਾਂ ਨੂੰ ਵਾਰਤਕ ਕਿਹਾ ਜਾਂਦਾ ਹੈ। ਤਾਂ ਇਸ ਕਿਤਾਬ ਵਿੱਚ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਵਾਰਤਕ ਲੇਖ ਪੜ੍ਹੋਗੇ, ਜਿਨ੍ਹਾਂ 'ਚੋਂ ਪਹਿਲਾਂ ਅਸੀਂ ਪੜ੍ਹਨ ਜਾ ਰਹੇ ਹਾਂ ਕਿਰਤ ਤੇ ਮਿੱਠਾ ਬੋਲਣਾ। ਬੱਚਿਓ, ਆਮ ਦਿਨਾਂ ਦੇ ਵਿੱਚ ਜੇ ਮੈਂ ਇਹ ਪਾਠ ਤੁਹਾਨੂੰ ਪੜ੍ਹਾਉਣ ਦੀ ਕਲਾਸ ਦੇ ਵਿੱਚ ਤਾਂ 3-4 ਦਿਨ ਸਹਿਜੇ ਹੀ ਸਿਰਫ ਇਸੀ ਰੀਡਿੰਗ 'ਤੇ ਲੱਗ ਜਾਣੀ ਸੀ। ਪਰ ਹੁਣ ਕਿਉਂਕਿ ਨੋਰਮਲ ਕਲਾਸਰੂਮ ਟੀਚਿੰਗ ਨਹੀਂ ਹੋ ਰਹੀ, ਤਾਂ ਇਹ ਤੁਸੀਂ ਦੇਖ ਰਹੇ ਹੋਵੋਗੇ ਕਿ ਜ਼ੂਮ ਕਰਕੇ ਤੁਸੀਂ ਇਹਨੂੰ ਸ਼ਾਇਦ ਪੜ੍ਹ ਸਕੋ, ਪਰ ਮੇਰੇ ਲਈ ਇਹਨੂੰ ਪੜ੍ਹਨਾ ਬਹੁਤ ਔਖਾ ਹੈ। ਤੁਹਾਡੇ ਲਈ ਮੈਂ ਇਹ PDF ਡਾਊਨਲੋਡ ਕਰਕੇ ਸਕਰੀਨਸ਼ਾਟ ਲੈ ਤਾਂ ਲਏ ਨੇ, ਪਰ ਮੈਂ ਖੁਦ ਇਹਨੂੰ ਰੀਡ ਨਹੀਂ ਕਰ ਪਾ ਰਹੀ। ਦੂਸਰੀ ਗੱਲ, ਜੇ ਮੈਂ ਇੱਕ ਲਾਈਨ ਪੜ੍ਹ ਕੇ ਵਿਆਖਿਆ ਕਰਨੀ ਸ਼ੁਰੂ ਕਰਾਂਗੀ ਤਾਂ ਇਹ ਘੱਟੋ ਘੱਟ 1 ਘੰਟੇ ਦਾ ਵੀਡੀਓ ਬਣ ਜਾਏਗਾ, ਜੋ ਕਿ ਪੋਸੀਬਲ ਨਹੀਂ ਹੈ। ਤਾਂ ਮੈਂ ਤੁਹਾਨੂੰ ਸਿਰਫ ਇਹਦਾ ਸਾਰ ਜਿਹਾ ਦੱਸਦੀ ਹਾਂ। ਵਾਰਤਕ ਤੁਹਾਡੇ ਕੋਲ ਪੂਰੀ ਮੈਂ ਭੇਜ ਰਹੀ ਹਾਂ, ਕਿਰਪਾ ਕਰਕੇ ਉਹਨੂੰ ਧਿਆਨ ਨਾਲ ਪੜ੍ਹ ਲੈਣਾ। ਤਾਂ ਬੱਚਿਓ, ਕਿਰਤ ਤੇ ਮਿੱਠਾ ਬੋਲਣਾ ਵਿੱਚ ਪ੍ਰੋਫੈਸਰ ਪੂਰਨ ਸਿੰਘ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਵਡਿਆਈ, ਪ੍ਰਸ਼ੰਸਾ ਜਾਂ ਸਲਾਹਤਾ ਕਿਸੇ ਇਨਸਾਨ ਦੀ ਸਮੁੱਚੀ ਸ਼ਖਸੀਅਤ ਨੂੰ ਪ੍ਰਭਾਵਿਤ ਕਰਦੀ ਹੈ, ਅਤੇ ਕਿਸ ਤਰ੍ਹਾਂ ਮਿੱਠਾ ਬੋਲਣ ਵਾਲਾ ਇਨਸਾਨ ਹਰ ਥਾਂ 'ਤੇ ਪਸੰਦ ਕੀਤਾ ਜਾਂਦਾ ਹੈ, ਜਦਕਿ ਨੁਕਤਾਚੀਨ ਉਹ ਲੋਕ ਹੁੰਦੇ ਹਨ ਜਿਨ੍ਹਾਂ ਦੇ ਆਪਣੇ ਪੱਲੇ ਕੱਖ ਨਹੀਂ ਹੁੰਦਾ। ਦੇਖੋ, ਵਾਰਤਕ ਦੀਆਂ ਮੁੱਢੀਆਂ ਸਤਰਾਂ ਵਿੱਚ ਉਹ ਕਹਿ ਰਹੇ ਨੇ ਕਿ ਜਿਹੜੇ ਮਨੁੱਖ ਦਾ ਆਪ ਅੰਦਰ ਬਾਹਰ ਸਿਫਤਾਂ ਨਾਲ, ਵਡਿਆਈਆਂ ਨਾਲ ਭਰਿਆ ਹੁੰਦਾ ਹੈ, ਉਹੀ ਕਿਸੇ ਦੀ ਵਡਿਆਈ ਕਰ ਸਕਦਾ ਹੈ। ਨਹੀਂ ਤਾਂ ਮੂਰਖ ਮਨੁੱਖ ਨੂੰ ਕੁਦਰਤ ਦੀ ਵਿਸ਼ਾਲਤਾ ਵਿੱਚ ਵੀ ਕੁਝ ਨਜ਼ਰ ਨਹੀਂ ਆਉਂਦਾ। ਉਹ ਆਪਣੀ ਨੁਕਤਾਚੀਨੀ ਨਾਲ ਇਸ ਨੂੰ ਵੀ ਛੁਟਿਆ ਕੇ ਵੇਖਦਾ ਹੈ। ਇਸ ਵਾਸਤੇ ਉਹਨਾਂ ਨੇ ਸ਼ੇਖ ਫਰੀਦ ਦੇ ਸ਼ਲੋਕ ਦਾ ਵੀ ਆਪਾਂ ਕਹਾਂਗੇ ਹਵਾਲਾ ਦਿੱਤਾ ਹੈ, ਰੈਫਰੈਂਸ ਦਿੱਤਾ ਹੈ ਕਿ ਫਰੀਦਾ ਚੇਤੂ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਣੜਾ ਗਿਰਬਾਨ ਮੈਂ ਸਿਰ ਨੀਵਾ ਕਰ ਦੇਖ। ਕਿ ਜਿਹੜੇ ਬਰੀਕ ਅਕਲ ਵਾਲੇ ਬੁੱਧੀਮਾਨ ਵਿਦਵਾਨ ਲੋਕ ਹੁੰਦੇ ਨੇ, ਉਹ ਕਿਸੇ ਦੀ ਨਿੰਦਾ ਨਹੀਂ ਕਰਦੇ, ਕਿਸੇ ਦੀ ਬੁਰਾਈ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਆਪ ਵੀ ਤਾਂ ਔਗਣਾਂ ਦੇ ਨਾਲ ਭਰਪੂਰ ਹਨ। ਤਾਂ ਕਿਸੇ ਦੀ ਪ੍ਰਸ਼ੰਸਾ ਕਰਨੀ, ਵਡਿਆਈ ਕਰਨੀ ਉਹਨਾਂ ਮਨੁੱਖਾਂ ਦੇ ਹਿੱਸੇ ਹੀ ਆਉਂਦੀ ਹੈ ਜੋ ਆਪ ਪ੍ਰਸ਼ੰਸਾ ਅਤੇ ਵਡਿਆਈ ਦੇ ਲਾਇਕ ਹੁੰਦੇ ਹਨ। ਅੱਗੇ ਜਾ ਕੇ ਉਹ ਕਹਿੰਦੇ ਆ ਕਿ ਕੁਦਰਤ ਇੰਨੀ ਵਿਸ਼ਾਲ ਹੈ। ਅੱਗੇ ਉਹਨਾਂ ਨੇ ਸ਼ਾਹ ਹੁਸੈਨ ਦੀਆਂ ਕੁਛ ਸਤਰਾਂ ਅਤੇ ਗੁਰੂ ਨਾਨਕ ਦੇਵ ਦੀ ਬਾਣੀ ਦੇ ਵਿੱਚੋਂ ਵੀ ਕੁਛ ਤੁਕਾਂ ਲੈ ਕੇ ਹਵਾਲੇ ਦਿੱਤੇ ਨੇ। ਉਹ ਕਹਿੰਦੇ, ਸ਼ਾਹ ਹੁਸੈਨ ਕਹਿੰਦੇ, ਹੇਅਰ ਨਾ ਠਾਹੇ ਕਹੀਦਾ, ਮਤਲਬ ਸਾਨੂੰ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੀਦਾ, ਉਹਨੂੰ ਫਾਲਤੂ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ। ਗੁਰੂ ਨਾਨਕ ਦੀਆਂ ਤੁਕਾਂ ਦਾ ਵੀ ਹਵਾਲਾ ਦਿੱਤਾ ਹੈ ਉਹਨਾਂ ਨੇ। ਗੁਰੂ ਨਾਨਕ ਨੇ ਲਿਖਿਆ ਸੀ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੇ ਸੋਏ। ਕਿ ਉਹ ਲੋਕ, ਫਿੱਕਾ ਬੋਲਣਾ ਮਤਲਬ ਮਾੜਾ ਬੋਲਣਾ, ਜਿਹੜੇ ਲੋਕ ਕਿਸੇ ਦੀ ਨੁਕਤਾਚੀਨੀ ਕਰਦੇ ਹਨ, ਜਿਹੜੇ ਲੋਕ ਕਿਸੇ ਦੇ ਔਗਣ ਚਿਤਾਰਦੇ ਹਨ,
ਜਿਹੜੇ ਕਿਸੇ ਨੂੰ ਮਾੜਾ ਬੋਲਦੇ ਹਨ, ਕਹਿੰਦੇ ਇਸ ਫਿੱਕਾ ਬੋਲਣ ਦਾ, ਬੁਰਾ ਬੋਲਣ ਦਾ ਪ੍ਰਭਾਵ ਉਹਨਾਂ ਦੀ ਆਪਣੀ ਸ਼ਖਸੀਅਤ 'ਤੇ ਪੈਂਦਾ ਹੈ। ਅਸਲ ਵਿੱਚ ਉਹਨਾਂ ਦੀ ਆਪਣੀ ਸ਼ਖਸੀਅਤ ਫਿੱਕੀ ਹੋ ਜਾਂਦੀ ਹੈ, ਮਾੜੀ ਹੋ ਜਾਂਦੀ ਹੈ, ਬੁਰੀ ਹੋ ਜਾਂਦੀ ਹੈ। ਇਸ ਕਰਕੇ ਸਾਨੂੰ ਸਦਾ ਚੰਗੇ ਸ਼ਬਦਾਂ ਦੇ ਨਾਲ ਦੂਜਿਆਂ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਅੱਗੇ ਜਾ ਕੇ ਹੋਰ ਕਹਿੰਦੇ ਨੇ ਕਿ ਕੁਦਰਤ ਜਿਹੜੀ ਹੈ ਇੰਨੀ ਵਿਸ਼ਾਲ ਹੈ, ਇੰਨੀ ਖੂਬਸੂਰਤ ਹੈ। ਉਹ ਲਿਖਦੇ ਫਿੱਕੀ ਅਕਲ ਹਰ ਇੱਕ ਕੁਦਰਤੀ ਅਨੋਖੇਪਨ ਨੂੰ ਤੱਤਾਂ ਵਿੱਚ ਫਾੜ ਫਾੜ ਵਹਿੰਦੀ ਹੈ ਤੇ ਇਸ ਵਿੱਚੋਂ ਕੁਝ ਨਹੀਂ ਨਿਕਲਦਾ। ਮਤਲਬ ਦੇਖਿਆ ਜਾਏ ਤਾਂ ਬੱਚੋ, ਇੱਕ ਬੇਵਕੂਫ ਇਨਸਾਨ ਲਈ ਤਾਂ ਵੱਡੇ ਵੱਡੇ ਪਹਾੜ ਵੀ ਕੁਝ ਨਹੀਂ, ਕੀ ਖਾਸ ਗੱਲ ਹੈ। ਇੱਕ ਖੂਬਸੂਰਤ ਦਿਲ ਤੇ ਦਿਮਾਗ ਦਾ ਜਿਹੜਾ ਇਨਸਾਨ ਹੈ, ਉਹਨੂੰ ਰੇਗਿਸਤਾਨ ਦੀ ਰੇਤ ਵੀ ਬੜੀ ਸੁੰਦਰ ਨਜ਼ਰ ਆਉਂਦੀ ਹੈ, ਪਰ ਬੇਵਕੂਫ ਲਈ ਉਹ ਇੱਕ ਰੇਤ ਦੀ ਮੁੱਠੀ ਹੀ ਹੁੰਦੀ ਹੈ, ਰੇਤ ਹੀ ਹੈ। ਪਾਣੀ ਕੀ ਹੈ? ਉਹੀ ਪਾਣੀ ਹੈ ਜਿਹੜਾ ਘਰਿਆ ਹੋਇਆ ਸਮੁੰਦਰ 'ਚ ਹੈ। ਪਰ ਖੂਬਸੂਰਤੀ ਤਲਾਸ਼ਣ ਵਾਲੇ ਲੋਕ ਦੂਰੋਂ ਦੂਰੋਂ ਚੱਲ ਕੇ ਸਮੁੰਦਰ ਵੇਖਣ ਜਾਂਦੇ ਨੇ। ਤਾਂ ਇਸ ਤਰ੍ਹਾਂ ਕਰਕੇ ਅਲੱਗ-ਅਲੱਗ ਤਰ੍ਹਾਂ ਦੇ ਉਦਾਹਰਨਾਂ ਦੇ ਕੇ ਪ੍ਰੋਫੈਸਰ ਪੂਰਨ ਸਿੰਘ ਦੱਸ ਰਿਹਾ ਕਿ ਕਿਸ ਤਰ੍ਹਾਂ ਮੂਰਖ ਇਨਸਾਨ ਆਪਣੀ ਨੁਕਤਾਚੀਨੀ ਨਾਲ ਹਰ ਚੀਜ਼ ਨੂੰ ਛੁਟਿਆਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਅਸਲ ਦੇ ਵਿੱਚ ਇਸ ਦਾ ਪ੍ਰਭਾਵ ਉਹਦੇ ਆਪਣੇ ਆਪ 'ਤੇ ਪੈ ਰਿਹਾ ਹੁੰਦਾ, ਸਾਹਮਣੇ ਵਾਲੇ ਵਿਅਕਤੀ ਜਾਂ ਵਸਤੂ 'ਤੇ ਨਹੀਂ ਪੈ ਰਿਹਾ ਹੁੰਦਾ। ਇੱਥੇ ਉਹ ਮਹਾਂਪੁਰਖਾਂ ਦੀ ਉਦਾਹਰਨ ਵੀ ਲੈਂਦਾ ਹੈ ਕਿ ਕੁਝ ਲੋਕ ਉਹਨਾਂ ਦੇ ਖਾਣ ਪਾਣ, ਰਹਿਣ ਸਹਿਣ ਨੂੰ ਦੇਖ ਕੇ ਉਹਨਾਂ ਨੂੰ ਆਪਣੇ ਵਰਗਾ ਮਿਲਾਉਣ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਦੇਖੋਗੇ ਇਸ ਤਰ੍ਹਾਂ ਉਹਨਾਂ ਨੇ ਲਿਖ ਰਹੀਆਂ ਹੋਈਆਂ ਫਿੱਕੀ ਅਕਲ ਕੁਦਰਤੀ ਅਨੋਖੇਪਨ ਨੂੰ ਦਿੱਤਾ। ਇਸ ਦੇ ਵਿੱਚ ਅੱਗੇ ਜਾ ਕੇ ਉਹ ਕਹਿੰਦੇ ਨੇ ਪਰ ਹੋ ਸਕਦਾ ਹੈ ਕਿ ਮਹਾਂਪੁਰਖ ਦਾ, ਹੋ ਸਕਦਾ ਹੈ ਨਹੀਂ, ਅਕਸਰ ਹੀ ਹੁੰਦਾ ਹੈ, ਜੋ ਮਹਾਨ ਪੁਰਖ ਹੁੰਦੇ ਨੇ ਉਹ ਉੱਪਰਲੀ ਚਮਕ ਦਮਕ ਵਿੱਚ ਘੱਟ ਹੀ ਯਕੀਨ ਕਰਦੇ ਆ। ਉਹਨਾਂ ਦਾ ਖਾਣ ਪੀਣ, ਰਹਿਣ ਸਹਿਣ ਸਾਦਾ ਹੁੰਦਾ ਹੈ, ਤਾਂ ਉਹਨਾਂ ਦੀ ਇਸ ਦਿੱਖ ਨੂੰ ਵੇਖ ਕੇ ਉਹਨਾਂ ਨੂੰ ਆਪਣੇ ਵਰਗਾ ਸਮਝ ਲੈਣਾ, ਛੋਟਾ ਸਮਝ ਲੈਣਾ, ਇਹ ਸਾਡੀ ਨਿੱਕੀ ਸੋਚ ਦੀ ਨਿਸ਼ਾਨੀ ਹੁੰਦੀ ਹੈ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਆ ਕਿ ਇਹ ਅੰਦਾਜ਼ਾ ਲਗਾ ਕੇ ਉਹਨਾਂ ਦੀ ਦਿੱਖ ਤੋਂ ਉਹਨਾਂ ਨੂੰ ਛੋਟੇ ਕਹਿਣਾ, ਇਹ ਸਾਡੀ ਹੀ ਛੋਟੀ ਸੋਚ ਦਾ ਫਿੱਕਾ ਵਿਚਾਰ ਉਹ ਲਿਖਦੇ ਨੇ, ਛੋਟੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਕਿਉਂਕਿ ਜਿਹੜੇ ਮਹਾਂਪੁਰਸ਼ ਨੇ, ਜੋ ਮਹਾਨ ਲੋਕ ਨੇ, ਉਹ ਆਪਣੀ ਦਿੱਖ ਤੋਂ ਨਹੀਂ, ਆਪਣੇ ਵਿਚਾਰਾਂ ਤੋਂ ਜਾਣੇ ਜਾਂਦੇ ਨੇ, ਜੋ ਕਿ ਉਹਨਾਂ ਦੇ ਸਾਡੇ ਤੋਂ ਬਹੁਤ ਭਿੰਨ, ਬੜੇ ਉੱਚੇ ਤੇ ਬੜੇ ਨੇਕ ਹੁੰਦੇ ਹਨ। ਅੱਗੇ ਜਾ ਕੇ ਉਹ ਗੁਰੂ ਅਮਰਦਾਸ ਜੀ ਦੀ ਗੱਲ ਕਰਦੇ ਨੇ ਕਿ ਗੁਰੂ ਅਮਰਦਾਸ ਜੀ ਨੇ ਸਾਨੂੰ ਭੱਬੇ, ਯਾਨੀ ਕਿ ਭੱਬਾ ਭਲਾ ਜੀ ਤੇ ਭੱਬਾ ਭੁਲਾ ਜੀ, ਦੋ ਸ਼ਬਦ ਦਿੱਤੇ ਨੇ। ਭਲਾ ਜੀ ਮੀਨਸ ਜੋ ਪਰਮਾਤਮਾ ਨੇ ਕੀਤਾ ਹੈ ਅੱਛਾ ਹੈ, ਤੇ ਆਪਣੀ ਗਲਤੀ ਨੂੰ ਮੰਨ ਲੈਣਾ ਕਿ ਚਲੋ ਮੈਂ ਭੁੱਲ ਗਿਆ ਸੀ। ਤਾਂ ਕਹਿੰਦੇ ਇਹਨਾਂ ਨੂੰ ਆਪਣੇ ਆਚਰਣ ਵਿੱਚ ਜ਼ਰੂਰ ਸਾਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਦੇਖੋ ਅੱਗੇ ਜਾ ਕੇ ਲਿਖਦੇ, ਨੱਕ ਝਾੜਨਾ ਤੇ ਆਪਣੀ ਚਿੜੀ ਵਰਗੀ ਅਕਲ ਨਾਲ ਅਸਗਾ, ਜਿਹੜਾ ਕਿ ਇੱਕ ਮੋਮ ਦੀ ਬੱਤੀ ਦੇ ਬਲਨ ਵਿੱਚ ਵੀ ਪ੍ਰਤੱਖ ਤੇ ਗੁਪਤ ਹੈ, ਨੂੰ ਪਿਆ ਤੋਲਣਾ ਤੇ ਹਿਸਾਬ ਲਾਣੇ, ਇਹ ਆਚਰਣ ਨੂੰ ਨਿੱਕਾ ਤੇ ਭੈੜਾ ਕਰਦਾ ਹੈ। ਕਿ ਉਹ ਪਰਮਾਤਮਾ ਦੀ ਜੋਤ, ਪਰਮਾਤਮਾ ਜੋਤ ਸਰੂਪ ਹੈ, ਉਹ ਹਰ ਥਾਂ 'ਤੇ ਹੈ। ਉਹ ਕਹਿੰਦੇ ਮੋਮਬੱਤੀ ਦੀ ਜੋਤ ਤੋਂ ਲੈ ਕੇ ਵੱਡੇ ਤੋਂ ਵੱਡੇ ਦਿਖਦੀ ਹਰ ਕੁਦਰਤੀ ਸ਼ੈ ਦੇ ਵਿੱਚੋਂ ਮੌਜੂਦ ਹੈ, ਅਤੇ ਅਸੀਂ ਉਹਦੇ ਵੀ ਸਵਾਲ ਖੜੇ ਕਰ ਦਿੰਦੇ ਹਾਂ। ਲੋਕ ਉਹਦੇ ਬਾਰੇ ਵੀ ਚਰਚਾ ਸ਼ੁਰੂ ਕਰ ਦਿੰਦੇ ਆ, ਹੈ ਨਹੀਂ ਹੈ, ਜੇ ਹੈ ਤਾਂ ਕਿਉਂ ਨਹੀਂ ਕੀਤਾ, ਜੇ ਹੁੰਦਾ ਤਾਂ ਇਸ ਤਰ੍ਹਾਂ ਕਿਉਂ ਨਹੀਂ ਹੋਇਆ। ਤਾਂ ਕਵੀ ਕਹਿੰਦਾ ਕਿ ਪ੍ਰੋਫੈਸਰ ਪੂਰਨ ਸਿੰਘ ਲੇਖਕ, ਵਾਰਤਾਕਾਰ ਕਹਿ ਰਹੇ ਨੇ ਕਿ ਇਹ ਤਾਂ ਆਪਣੀ ਚਿੜੀ ਵਰਗੀ ਅਕਲ ਦਿਖਾਉਣ ਵਾਲੀ ਗੱਲ ਹੈ, ਤੇ ਇਸ ਤਰ੍ਹਾਂ ਦੀ ਨੁਕਤਾਚੀਨੀ ਵਿੱਚੋਂ ਨਿਕਲਦਾ ਕੁਛ ਨਹੀਂ, ਸਿਰਫ ਅਸੀਂ ਆਪਣੀ ਅਕਲ ਦਾ ਦਿਖਾਵਾ ਕਰਦੇ ਹਾਂ। ਕੁਦਰਤ ਨੂੰ ਨਿੰਦਣਾ, ਉਸ ਪਰਮਾਤਮਾ ਦੀ ਅਸਗਾ ਹਸਤੀ ਤੇ ਸਵਾਲ ਖੜੇ ਕਰਨੇ, ਜਾਂ ਫਿਰ ਕਿਸੇ ਮਹਾਂਪੁਰਸ਼ ਤੇ ਸਵਾਲ, ਉਸਦੀ ਸਾਦਗੀ ਤੇ ਸਵਾਲ ਖੜੇ ਕਰਨੇ, ਇਹ ਦਰਸਾਉਂਦਾ ਹੈ ਕਿ ਉਹ ਨਹੀਂ ਛੋਟੇ, ਸਾਡੀ ਅਕਲ ਛੋਟੀ ਹੈ। ਉਹ ਕਹਿੰਦੇ ਆ ਕਿ ਪਰਮਾਤਮਾ ਤੱਕ ਜਿਹੜਾ ਹੈ ਉਹ ਮਿੱਠਾ ਬੋਲਣ ਵਾਲੇ ਬੰਦਿਆਂ ਨੂੰ ਪਸੰਦ ਕਰਦਾ ਹੈ। ਉਹਨਾਂ ਨੇ ਗੁਰਬਾਣੀ ਦੀ ਇੱਕ ਹੋਰ ਤੁਕ ਦੀ ਉਦਾਹਰਨ ਲਈ ਆ। ਉਹ ਕਹਿੰਦੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੋਰਾ। ਕਿ ਗੁਰਬਾਣੀ ਵਿੱਚ ਆਉਂਦਾ ਹੈ ਕਿ ਸਾਡਾ ਪਰਮਾਤਮਾ ਵੀ ਜਿਹੜਾ ਹੈ ਉਹ ਮਿੱਠ ਬੋਲੜਾ ਹੈ। ਮੇਰਾ ਗੁਰੂ ਵੀ ਹੈ ਜੋ ਮਿੱਠ ਬੋਲੜਾ ਹੈ, ਉਹ ਕਦੇ ਕੌੜਾ ਨਹੀਂ ਬੋਲਦਾ, ਉਹ ਰਹਿਮਤਾਂ ਦਾ ਖਜ਼ਾਨਾ ਹੈ। ਤੇ ਫਿਰ ਅਸੀਂ ਨੁਕਤਾਚੀਨੀ ਕਰਨ ਵਾਲੇ ਕੌਣ ਹੁੰਦੇ ਆ? ਸਾਡੀ ਹਸਤੀ ਤਾਂ ਉਹਦੇ ਸਾਹਮਣੇ ਕੁਝ ਵੀ ਨਹੀਂ। ਤੇ ਨੁਕਤਾਚੀਨ ਲੋਕਾਂ ਦੇ ਨਜ਼ਰੀਏ ਤੋਂ ਦੇਖਿਆ ਜਾਵੇ, ਉਹਨੇ ਅੱਗੇ ਜਾ ਕੇ ਕਿਹਾ ਮਾਂ। ਮਾਂ ਹੁਣ ਅਸੀਂ ਕਿੱਡਾ ਪਿਆਰ ਤੇ ਸਤਿਕਾਰ ਵਾਲਾ ਸ਼ਬਦ ਹੈ। ਮਹਾਂਪੁਰਸ਼ ਜਿਹੜੇ ਹੈ ਉਹਨਾਂ ਨੂੰ ਜਨਮ ਦਿੰਦੀ ਹੈ ਮਾਂ, ਤੇ ਉਹਦਾ ਸਤਿਕਾਰ ਕੀਤਾ ਜਾਂਦਾ ਹੈ। ਤੇ ਨੁਕਤਾਚੀਨ ਵਾਸਤੇ ਕਹਿੰਦਾ ਕੀ ਹੈ, ਇੱਕ ਕੈਲਸ਼ੀਅਮ, ਫਾਸਫੋਰਸ, ਕਾਰਬਨ ਡਾਈਆਕਸਾਈਡ, ਆਕਸੀਜਨ ਦਾ ਮਿਕਸਚਰ ਹੈ ਉਹ। ਤਾਂ ਨੁਕਤਾਚੀਨ ਜਿਹੜੇ ਨੇ ਉਹ ਹਰੇਕ, ਉਹਨਾਂ ਦੀ ਨੁਕਤਾਚੀਨੀ ਹਰੇਕ ਚੀਜ਼ ਲਈ ਮਾਰੂ ਹੈ। ਉਹ ਹਰੇਕ ਚੀਜ਼ ਨੂੰ ਛੁਟਿਆ ਕੇ ਦੇਖਦੇ ਹਨ ਅਤੇ ਉਸਦੀ ਖੂਬਸੂਰਤੀ, ਉਸਦੀ ਵਿਸ਼ੇਸ਼ਤਾ, ਉਸਦੀ
ਡੂੰਘਿਆਈ ਉਹਨੂੰ ਖਤਮ ਕਰਕੇ ਰੱਖ ਦਿੰਦੇ ਹਨ। ਇਹੋ ਜਿਹੀ ਨੁਕਤਾਚੀਨੀ ਉਹ ਕਹਿੰਦੇ ਨਹੀਂ ਹੋਣੀ ਚਾਹੀਦੀ ਸਾਨੂੰ। ਪਰ ਉਹ ਕਹਿ ਰਿਹਾ ਕਿ ਇਹ ਵਿਸ਼ਾਲਤਾ ਸਾਡੀ ਸੋਚ ਵਿੱਚ ਉਦੋਂ ਹੀ ਆਉਂਦੀ ਹੈ ਜਦੋਂ ਸਾਡੇ ਦਿਲ ਦਿਮਾਗ ਇਸ ਵਿਸ਼ਾਲਤਾ ਦੇ ਮਾਲਕ ਨੇ। ਅੱਗੇ ਜਾ ਕੇ ਉਹ ਕਹਿੰਦੇ ਨੇ ਕਿ ਸਿਫਤ ਸਲਾਹ ਕਰਨਾ ਜਿਹੜਾ ਹੈ ਇਹ ਯਾਨੀ ਕਿ ਕੀਰਤ ਕਰਨਾ, ਪ੍ਰਸ਼ੰਸਾ ਕਰਨਾ, ਵਡਿਆਈ ਕਰਨਾ, ਇਹ ਮਨੁੱਖੀ ਸ਼ਖਸੀਅਤ ਨੂੰ ਬਦਲ ਕੇ ਰੱਖ ਦਿੰਦਾ ਹੈ। ਇੱਕ ਅਧਿਆਪਕ ਹੋਣ ਦੇ ਨਾਤੇ ਮੈਂ ਵੀ ਦੇਖਦੀ ਹੁੰਦੀ ਹਾਂ ਕਿ ਇੱਕ ਆਮ ਜਿਹੇ ਬੁੱਧੀ ਵਾਲੇ ਬੱਚੇ ਜਿਹੜੇ ਕਿ ਕੋਈ ਬਹੁਤਾ ਵਧੀਆ ਕੰਮ ਨਹੀਂ ਕਰ ਰਹੇ, ਆਮ ਤੌਰ 'ਤੇ ਬੱਚੇ ਉਹਨਾਂ ਬੱਚਿਆਂ ਨੂੰ ਅਧਿਆਪਕ ਬੜਾ ਡਾਂਟਦੇ ਨੇ ਕਿ ਇਹਨੇ ਕੀ ਕਰਨਾ, ਕੁਛ ਨਹੀਂ ਕਰਦਾ, ਕੁਛ ਨਹੀਂ ਕਰਦਾ, ਤਾਂ ਅਕਸਰ ਬੱਚਾ ਕੁਛ ਨਹੀਂ ਕਰਦਾ। ਇਹ ਉਸ ਮਾਰੂ ਨੁਕਤਾਚੀਨੀ ਦਾ ਅਸਰ ਹੁੰਦਾ ਹੈ। ਪਰ ਇੱਕ ਕੁਛ ਉਹ ਅਧਿਆਪਕ ਹੁੰਦੇ ਨੇ ਜਿਹੜੇ ਕਹਿੰਦੇ ਓਕੇ ਠੀਕ ਹੈ ਬੇਟਾ, ਵੈਲ ਡਨ, ਬਹੁਤ ਵਧੀਆ ਕੀਤਾ, ਨੈਕਸਟ ਟਾਈਮ ਇਸ ਤੋਂ ਅੱਛਾ ਕਰਨਾ। ਤਾਂ ਉਹ ਬੱਚਾ ਜ਼ਰੂਰ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦਾ, ਹੋਰ ਵਧੀਆ ਕਰਦਾ ਹੈ। ਇਸ ਤਰ੍ਹਾਂ ਕਈ ਵਾਰ ਪੇਰੈਂਟਸ, ਮਾਂ ਬਾਪ ਬੱਚਿਆਂ ਨੇ ਮਗਰ ਪਏ ਰਹਿੰਦੇ ਕਿ ਤੂੰ ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਉਹ ਨਹੀਂ ਕੀਤਾ। ਬੱਚਾ ਵੀ ਢੀਠ ਜਾ ਹੋ ਜਾਂਦਾ, ਠੀਕ ਹੈ, ਪਰ ਉਹਦੀ ਹਰ ਛੋਟੀ ਛੋਟੀ ਕੋਸ਼ਿਸ਼ ਨੂੰ ਸਰਾਹਣਾ ਅਤੇ ਉਹਨੂੰ ਪ੍ਰੇਰਿਤ ਕਰਨਾ ਬੱਚੇ ਨੂੰ ਕਿਤੇ ਦੀ ਕਿਤੇ ਲੈ ਜਾਂਦਾ। ਤਾਂ ਇਸੇ ਤਰ੍ਹਾਂ ਲੇਖਕ ਲਿਖਦੇ ਆ ਕਿ ਪ੍ਰਸ਼ੰਸਾ ਅਤੇ ਵਡਿਆਈ ਦਾ ਸਾਹਮਣੇ ਵਾਲੇ ਦੀ ਮਾਨਸਿਕ ਅਤੇ ਸਰੀਰਕ ਸਿਹਤ 'ਤੇ ਵੀ ਅਸਰ ਪੈਂਦਾ ਹੈ, ਅਤੇ ਪ੍ਰਸ਼ੰਸਾ, ਕੀਰਤ, ਵਡਿਆਈ ਕਰਨ ਵਾਲਾ ਦੀ ਆਪਣੀ ਵੀ ਸ਼ਖਸੀਅਤ ਸੰਵਰਦੀ ਹੈ। ਹਾਂ, ਪਰ ਅੱਗੇ ਜਾ ਕੇ ਲਾਸਟ ਪੈਰਾਗ੍ਰਾਫ ਦੇ ਵਿੱਚ ਇੱਕ ਗੱਲ ਹੋਰ ਕਹਿੰਦਾ ਕਿ ਨੁਕਤਾਚੀਨੀ ਚੰਗੀ ਵੀ ਹੋ ਸਕਦੀ ਹੈ। ਇਹ ਜਿਹੜੀ ਨੁਕਤਾਚੀਨੀ ਹੈ, ਪੂਰੇ ਲੇਖ ਦੇ ਵਿੱਚ ਉਹ ਗੱਲ ਕਰ ਰਿਹਾ ਕਿ ਇਹ ਸਾਡੀ ਛੋਟੀ ਸੋਚ ਦਾ ਪ੍ਰਗਟਾਵਾ ਹੈ, ਪਰ ਲਾਸਟ ਜੋ ਜਾ ਕੇ ਕਹਿੰਦਾ ਕਿ ਚੰਗੀ ਵੀ ਹੋ ਸਕਦੀ ਹੈ। ਕਦੋਂ? ਜਦੋਂ ਇਹ ਸਾਹਮਣੇ ਵਾਲੇ ਨੂੰ ਇੰਪਰੂਵ ਕਰਨ ਵਾਸਤੇ ਹੋਵੇ, ਉਹਨੂੰ ਹੋਰ ਵਧੀਆ ਕਰਨ ਵਾਸਤੇ ਹੋਵੇ। ਅਗੇਨ ਮੈਂ ਮਾਂ ਬਾਪ ਅਤੇ ਅਧਿਆਪਕ ਦੀ ਹੀ ਉਦਾਹਰਨ ਦੇਵਾਂਗੀ ਕਿ ਮਾਪੇ ਅਤੇ ਅਧਿਆਪਕ ਤੁਹਾਡੇ ਦੇ ਵਿੱਚ ਜੇ ਨੁਕਤਾਚੀਨੀ ਕਰਦੇ ਆ, ਕਮੀਆਂ ਔਗਣ ਤੁਹਾਨੂੰ ਦੱਸਦੇ ਆ, ਨੁਕਸ ਕੱਢਦੇ ਆ, ਤਾਂ ਉਹਨਾਂ ਦਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਤੁਹਾਡੀ ਜਿਹੜੀ ਸ਼ਖਸੀਅਤ ਹੈ ਉਹਨੂੰ ਹੋਰ ਸੰਵਾਰਿਆ ਜਾਵੇ। ਅਤੇ ਲੇਖਕ ਕਹਿ ਰਿਹਾ ਹੈ ਕਿ ਇਹ ਨੁਕਤਾਚੀਨੀ ਸਾਹਿਤ ਦੇ ਖੇਤਰ ਵਿੱਚ ਵੀ ਬਹੁਤ ਜ਼ਰੂਰੀ ਹੈ ਕਿ ਜਦੋਂ ਕੋਈ ਕਹਾਣੀ, ਕਵਿਤਾ, ਨਾਵਲ ਰਚਿਆ ਜਾਂਦਾ ਹੈ ਤਾਂ ਉਹਦੇ ਵਿੱਚ ਜਦੋਂ ਆਲੋਚਕ ਨੁਕਸ ਕੱਢਦੇ ਨੇ ਤਾਂ ਲੇਖਕ ਅਗਲੀ ਵਾਰੀ ਉਹਨਾਂ ਨੂੰ ਹੋਰ ਸੁਧਾਰ ਕੇ ਲਿਖਣ ਦੀ ਕੋਸ਼ਿਸ਼ ਕਰਦਾ ਹੈ। ਸੋ ਬੱਚਿਓ, ਅੱਗੇ ਜਾ ਕੇ ਇਹ ਕਹਿੰਦਾ ਹੈ ਕਿ ਆਮ ਜ਼ਿੰਦਗੀ ਦੇ ਵਿੱਚ ਜਦੋਂ ਨੁਕਤਾਚੀਨੀ ਦੇ ਪਿੱਛੇ ਮਕਸਦ ਅਗਲੇ ਨੂੰ ਛੋਟਾ ਕਰਨ ਦੀ ਬਜਾਏ ਉਸਨੂੰ ਸੁਧਾਰਨਾ ਹੋਵੇ, ਉਸ ਦੀ ਤਰੱਕੀ ਹੋਵੇ ਅਤੇ ਉਹਦੇ ਵਿੱਚ ਇੱਕ ਪਿਆਰ, ਇੱਕ ਸਨੇਹ, ਇੱਕ ਹਮਦਰਦੀ ਛੁਪੀ ਹੋਵੇ, ਤਾਂ ਇਹੋ ਜਿਹੀ ਨੁਕਤਾਚੀਨੀ ਜਿਹੜੀ ਹੈ ਉਹ ਸਹਾਇਕ ਹੋ ਸਕਦੀ ਹੈ ਮਨੁੱਖਤਾ ਦੇ ਵਾਧੇ ਵਾਸਤੇ। ਤਾਂ ਬੱਚਿਓ, ਇਹ ਸੀ ਸਾਡਾ ਵਾਰਤਕ ਚੈਪਟਰ। ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਕਿਹਾ ਸੀ ਕਿ ਕਾਫੀ ਡੂੰਘਾ ਹੈ। ਪ੍ਰੋਫੈਸਰ ਪੂਰਨ ਸਿੰਘ ਦੇ ਵਿਚਾਰ ਜਿਹੜੇ ਨੇ ਉਹ ਵਿਚਾਰਾਂ ਦੇ ਵੇਗ ਵਿੱਚ ਲਗਾਤਾਰ ਲਿਖਦੇ ਜਾਂਦੇ ਨੇ। ਨੋਰਮਲ ਡੇਜ਼ ਦੇ ਵਿੱਚ ਮੈਂ ਇਹਨੂੰ ਜੇ ਐਕਸਪਲੇਨ ਕਰਦੀ ਤਾਂ ਕਈ ਦਿਨ ਲੈ ਜਾਂਦੀ, ਤਾਂ ਹੁਣ ਮੈਂ ਤੁਹਾਨੂੰ ਇਹਦਾ ਸਾਰ ਜਿਹਾ ਸਮਝਾ ਦਿੱਤਾ। ਪਲੀਜ਼ PDF ਫਾਈਲ ਲਿੰਕ ਮੈਂ ਤੁਹਾਨੂੰ ਫਿਰ ਸ਼ੇਅਰ ਕਰ ਦਾਂਗੀ, ਜਿਸ ਤਰ੍ਹਾਂ ਕਾਵ ਰੰਗ ਦਾ ਕੀਤਾ ਸੀ ਇਸ ਦਾ ਵੀ। ਇਹਨੂੰ ਡਾਊਨਲੋਡ ਕਰੋ, ਵਾਰਤਕ ਨੂੰ ਧਿਆਨ ਨਾਲ ਪੜ੍ਹੋ, ਸਮਝਣ ਦੀ ਕੋਸ਼ਿਸ਼ ਕਰੋ, ਅਤੇ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਸਾਹਿਤ ਪੜ੍ਹਨ ਦਾ ਇਹ ਸਭ ਤੋਂ ਵਧੀਆ ਮੌਕਾ ਹੈ ਬੱਚਿਓ। ਹਾਂ, ਵਾਰਤਕ 'ਚੋਂ ਤੁਹਾਨੂੰ ਕੀ ਆਏਗਾ? 5 ਪ੍ਰਸ਼ਨ ਆਉਣਗੇ ਬੱਚੇ, 2-2 ਨੰਬਰ ਵਾਲੇ। 10 ਨੰਬਰ ਦੀ ਵਾਰਤਕ ਦਾ ਹੋਏਗਾ ਮਤਲਬ। ਤਾਂ ਇਸ ਤੋਂ ਬਾਅਦ ਤੁਹਾਡੇ ਨਾਲ ਇੱਕ ਕੁਐਸਚਨ ਵੀ ਮੈਂ ਡਿਸਕਸ ਕਰਾਂਗੀ। ਪਲੀਜ਼ ਉਸ ਤੋਂ ਪਹਿਲਾਂ ਤੁਸੀਂ ਵਾਰਤਕ ਲਿਖ ਪੜ੍ਹ ਕੇ ਰੱਖਣਾ। ਇਹਨਾਂ ਤੋਂ ਇਲਾਵਾ ਤੁਹਾਨੂੰ ਵੈਰੀ ਸ਼ਾਰਟ 8 ਛੋਟੇ ਪ੍ਰਸ਼ਨ ਉੱਤਰ ਵੀ ਅਸੈਂਸ਼ੀਅਲਸ ਜਿਹੜੇ ਹੁੰਦੇ ਨੇ ਇਸ ਵਾਰਤਕ 'ਚੋਂ ਆਉਣਗੇ। ਤਾਂ ਬੱਚਿਓ, ਆਪਣੇ ਘਰ ਰਹੋ, ਘਰ ਰਹਿ ਕੇ ਵਾਰਤਕ ਪਾਠ ਕਰੋ ਚੰਗੀ ਤਰ੍ਹਾਂ। ਆਪਣੇ ਸ਼ੰਕਾ